ਮਨੁੱਖ ਸਾਰੀ ਜ਼ਿੰਦਗੀ ਇਸ ਭੁਲੇਖੇ ਵਿੱਚ ਜੀਂਦਾ ਹੈ ਕਿ ਮੇਰਾ ਧਨ ਹੈ, ਮੇਰਾ ਪਰਿਵਾਰ ਹੈ, ਮੇਰਾ ਘਰ ਹੈ, ਮੇਰੀ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ ਹੈ। ਪਰ ਅਸਲ ਵਿੱਚ ਗੁਰੂ ਸਾਹਿਬ ਆਖਦੇ ਨੇ, ਭਾਈ ਹੈ ਤੇਰਾ ਕੁਝ ਵੀ ਨਹੀਂ। ਤੂੰ ਐਵੇਂ ਮੈਂ ਮੇਰੀ ਲਾਈ ਹੈ ਤੇਰਾ ਕੁਝ ਵੀ ਨਹੀਂ। ਇਹ ਸਭ ਕੁਝ ਉਦੋਂ ਤੱਕ ਹੀ ਹੈ ਜਦੋਂ ਤੱਕ ਸਵਾਸ ਚੱਲਦੇ ਨੇ, ਉਦੋਂ ਤੱਕ ਹੀ ਸਭ ਕੁਝ ਹੈ। ਜਿਸ ਦਿਨ ਸਵਾਸ ਨਿਕਲ ਗਏ ਭਾਈ, ਫਿਰ ਕੋਈ ਆਪਣਾ ਨਹੀਂ। ਹਾਂ, ਇੱਕ ਗੱਲ ਇਹ ਵੀ ਹੈ, ਜੇਕਰ ਆਪਾਂ ਸਤ ਸੰਗਤ ਵਿੱਚ ਆ ਕੇ ਹਾਜ਼ਰੀ ਲਵਾਈ ਹੋਵੇਗੀ, ਨਾਮ ਜਪਿਆ ਹੋਵੇਗਾ, ਨਾਮ ਸੁਣਿਆ ਹੋਵੇਗਾ, ਉਹ ਤਾਂ ਸਾਡੇ ਕੰਮ ਆਵੇਗਾ। ਬਾਕੀ ਸੰਸਾਰ ਦੀ ਜੋ ਹਾਲਤ ਹੈ ਉਹ ਸਾਡੇ ਸਾਹਮਣੇ ਰੱਖ ਦਿੱਤੀ ਹੈ। ਕਹਿੰਦੇ ਭਾਈ ਤੂੰ ਤਾਂ ਇਸ ਤਰ੍ਹਾਂ ਹੈ, ਜਾਂ ਆਪਣੇ ਆਪ ਨੂੰ ਇਸ ਤਰ੍ਹਾਂ ਸਮਝ ਜਿਵੇਂ ਇੱਕ ਪੰਛੀ ਰਾਤ ਨੂੰ ਆ ਕੇ ਕਿਸੇ ਦਰਖਤ ਤੇ ਰਾਤ ਕੱਟਦਾ ਹੈ, ਸਵੇਰ ਹੁੰਦੀ ਹੈ ਤੇ ਉਡਾਰੀ ਮਾਰ ਕੇ ਤੁਰ ਜਾਂਦਾ ਹੈ। ਜੈਸੇ ਤਰਵਰ ਪੰਖ ਬਸੇਰਾ, ਪੰਖ ਤੋਂ ਭਾਵ ਹੈ ਪੰਛੀ। ਹੁਣ ਕਹਿੰਦੇ ਤੇਰੀ ਜੋ ਰਾਤ ਹੈ ਇਹ 40 ਸਾਲ ਦੀ ਵੀ ਹੋ ਸਕਦੀ ਹੈ, 60 ਸਾਲ ਦੀ ਉਮਰ ਤੱਕ ਵੀ ਹੋ ਸਕਦੀ ਹੈ, 100 ਸਾਲ ਤੱਕ ਵੀ ਹੋ ਸਕਦੀ ਹੈ, ਜਦੋਂ ਤੱਕ ਤੂੰ ਜਿਉਂਦਾ ਹੈ। ਜਿਸ ਦਿਨ ਸਵੇਰ ਹੋ ਗਈ, ਕਹਿਣ ਤੋਂ ਭਾਵ ਪਰਮਾਤਮਾ ਦਾ ਬੁਲਾਵਾ ਆ ਗਿਆ, ਫਿਰ ਭਾਈ ਤੈਨੂੰ ਸੰਸਾਰ ਛੱਡ ਕੇ ਜਾਣਾ ਪਵੇਗਾ। ਤੇ ਕੋਈ ਵੀ ਸੰਸਾਰ ਤੇ ਨਹੀਂ ਰਿਹਾ, ਇਹ ਵੀ ਆਪਾਂ ਜਾਣਦੇ ਹਾਂ ਭਲੀ ਭਾਂਤ। ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ। ਵੱਡੇ ਵੱਡੇ ਪਰਿਵਾਰਾਂ ਵਾਲੇ, ਵੱਡੇ ਵੱਡੇ ਯੋਧੇ, ਅਵਤਾਰੀ ਪੁਰਸ਼ ਸਰੀਰ ਕਰਕੇ ਉਹ ਸੰਸਾਰ ਤੇ ਨਹੀਂ ਰਹੇ, ਤੇ ਆਪਾਂ ਤਾਂ ਇੱਕ ਆਮ ਮਨੁੱਖ ਹਾਂ। ਹੁਣ ਗੁਰੂ ਸਾਹਿਬ ਨੇ ਤੇ ਸਮਝਾਇਆ ਵੀ ਭਾਈ ਤੂੰ ਮੈਂ ਮੇਰੀ ਛੱਡ ਦੇ ਤੇ ਭਜਨ ਬੰਦਗੀ ਕਰ। ਮਨੁੱਖ ਆਪਣੇ ਪਰਿਵਾਰ ਦੇ ਲਈ ਦਿਨ ਰਾਤ ਮਿਹਨਤ ਕਰਦਾ ਹੈ, ਕਰ ਸਕਦਾ ਹੈ, ਕਰਦਾ ਵੀ ਹੈ, ਪਰ ਪਰਿਪੂਰਨ ਪਰਮਾਤਮਾ ਦੇ ਲਈ ਅੱਧਾ ਘੰਟਾ ਸਮਾਂ ਕੱਢਣਾ ਵੀ ਸਾਨੂੰ ਔਖਾ ਲੱਗਦਾ ਹੈ, ਬੜਾ ਔਖਾ ਲੱਗਦਾ ਹੈ। ਉਂਝ ਬਹਿ ਕੇ ਮਨੁੱਖ ਘੰਟੇ ਵਧੀ ਗੱਲਾਂ ਕਰ ਸਕਦਾ ਹੈ, ਉਹਦੇ ਵਿੱਚ ਨਹੀਂ ਥੱਕਦਾ। ਪਰ ਜੇਕਰ ਪਰਮੇਸ਼ਰ ਦਾ ਨਾਮ ਕਿਤੇ ਅੱਧਾ ਘੰਟਾ ਵੀ ਕਿਤੇ ਚੌਂਕੜਾ ਮਾਰ ਕੇ ਬਹਿ ਕੇ ਸੁਣਨਾ ਪੈ ਜੇ ਤੇ ਔਖਾ ਲੱਗਦਾ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਕੇ ਗਏ ਨੇ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਔਖਾ ਉਹਨਾਂ ਦੇ ਲਈ ਹੈ ਜਿਨ੍ਹਾਂ ਤੇ ਕਿਰਪਾ ਨਹੀਂ ਹੋਈ, ਕਿਉਂਕਿ ਉਹਦੀ ਕਿਰਪਾ ਤੋਂ ਬਗੈਰ ਤਾਂ ਨਾਮ ਵੀ ਨਹੀਂ ਜਪਿਆ ਜਾ ਸਕਦਾ। ਉਹਦੀ ਕਿਰਪਾ ਤੋਂ ਬਗੈਰ ਮਨੁੱਖ ਸੰਗਤ ਵਿੱਚ ਆ ਕੇ ਵੀ ਸੰਗਤ ਵਿੱਚ ਨਹੀਂ ਹੁੰਦਾ। ਤੇ ਗੁਰੂ ਸਾਹਿਬ ਨੇ ਤਾਂ ਪ੍ਰਵਾਨ ਉਹ ਕੀਤਾ ਜਿਹੜਾ ਤਨੋਂ ਮਨੋਂ ਹੋ ਕੇ ਸੰਗਤ ਵਿੱਚ ਹਾਜ਼ਰੀ ਭਰਦਾ ਹੈ। ਤਨ ਵੀ ਸੰਗਤ ਵਿੱਚ ਹੋਵੇ ਤੇ ਮਨ ਵੀ। ਅੱਜ ਬਹੁਤਾਤ ਵਿੱਚ ਗਿਣਤੀ ਐਸੀ ਹੈ ਵੀ ਤਨ ਕਰਕੇ, ਸਰੀਰ ਕਰਕੇ ਅਸੀਂ ਸੰਗਤ ਵਿੱਚ ਆਉਂਦੇ ਆ, ਬਹਿੰਦੇ ਆ, ਪਰ ਜਿਹੜਾ ਸਾਡਾ ਮਨ ਹੈ ਉਹ ਘਰ ਗਿਆ ਹੁੰਦਾ ਆਪਣੇ ਕੰਮ ਕਾਜ ਵਿੱਚ, ਵੀ ਇਹ ਕੰਮ ਕਰਨਾ ਸੀ। ਹੁਣ ਗੁਰੂ ਸਾਹਿਬ ਨੇ ਤਾਂ ਸਾਨੂੰ ਸਮਝਾਇਆ। ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਬਚਨ ਕੀਤੇ ਨੇ, ਭਾਈ ਉਹ ਸਮਾਂ ਤੇਰਾ ਪ੍ਰਵਾਨ ਹੈ, ਤੇਰਾ ਜਪਿਆ ਹੋਇਆ ਨਾਮ, ਤੇਰਾ ਸੁਣਿਆ ਹੋਇਆ ਨਾਮ, ਜਿਸ ਵਕਤ ਤੇਰਾ ਚਿੱਤ ਇਕਾਗਰ ਹੋਵੇਗਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਚੀਤ ਵੀ ਮਨ ਵੀ ਸੰਗਤ ਵਿੱਚ ਹੋਵੇ ਤੇ ਤਨ ਵੀ ਸੰਗਤ ਵਿੱਚ ਹੋਵੇ, ਗੱਲ ਤਾਂ ਬਣੇਗੀ। ਆਪਾਂ ਜਾਣਦੇ ਹਾਂ, ਸਾਖੀ ਆਪਾਂ ਅਨੇਕਾਂ ਵਾਰ ਸੁਣੀ ਹੈ। ਗੁਰੂ ਨਾਨਕ ਪਾਤਸ਼ਾਹ ਜੀਵਨ ਕਾਲ ਵਿੱਚੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵਈ ਨਦੀ ਵਿੱਚੋਂ ਬਾਹਰ ਨਿਕਲੇ ਨਾ, ਆ ਕੇ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ, ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀ। ਇਹ ਸਭ ਇੱਕੋ ਪਰਮਾਤਮਾ ਦੀ ਔਲਾਦ ਆ, ਉਹਦੇ ਬੱਚੇ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਹੁਣ ਇਹ ਗੱਲ ਕਾਜ਼ੀਆਂ ਨੂੰ ਨਾ ਚੰਗੀ ਲੱਗੀ, ਪੰਡਤਾਂ ਨੂੰ ਨਾ ਚੰਗੀ ਲੱਗੀ, ਕਿਉਂਕਿ ਉਹਨਾਂ ਨੇ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਹੋਈਆਂ ਸਨ।
4 ਵਰਨਾਂ ਵਿੱਚ ਵੰਡਿਆ ਹੋਇਆ ਸੀ ਤੇ ਉਹਨਾਂ ਦੇ ਕੰਮ ਵੀ ਵੰਡੇ ਹੋਏ ਸੀ। ਹੁਣ ਮੌਲਵੀ ਜਾ ਕੇ ਕਹਿੰਦਾ ਨਵਾਬ ਨੂੰ, ਦੌਲਤ ਰਾਜ ਨੂੰ, ਵੀ ਗੁਰੂ ਨਾਨਕ ਨੇ ਜੋ ਹੁਣ ਤੱਕ ਪੁਰਾਤਨ ਰੀਤ ਚੱਲੀ ਆ ਰਹੀ ਸੀ ਸਾਰੀ ਖਤਮ ਕਰ ਦਿੱਤੀ। ਗੁਰੂ ਨਾਨਕ ਕਹਿੰਦੇ ਨਾ ਕੋਈ ਮੁਸਲਮਾਨ ਹੈ ਤੇ ਨਾ ਕੋਈ ਹਿੰਦੂ ਹੈ। ਜੇ ਐਸੀ ਗੱਲ ਹੈ, ਨਵਾਬ ਦੇ ਜਾ ਕੇ ਕੰਨ ਭਰੇ, ਫਿਰ ਗੁਰੂ ਨਾਨਕ ਨੂੰ ਆਖੋ ਸਾਡੇ ਨਾਲ ਆ ਕੇ ਮਸੀਤ ਵਿੱਚ ਨਵਾਜ਼ ਪੜ੍ਹੇ। ਹੁਣ ਕਾਜੀ ਨੂੰ ਪੂਰੀ ਉਮੀਦ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਵਾਜ਼ ਨਹੀਂ ਪੜ੍ਹਨੀ। ਬੜੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਵੀ ਝੂਠਾ ਕਰਾਂਗੇ ਸਾਰਿਆਂ ਦੇ ਸਾਹਮਣੇ। ਹੁਣ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ ਕੇ ਨਵਾਬ ਕਹਿੰਦੇ ਵੀ ਤੁਸੀਂ ਆਖਦੇ ਹੋ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਜੋ ਸਾਨੂੰ ਹੁਕਮ ਹੋਇਆ ਕਰਤਾਰ ਦਾ ਸੀ ਉਹ ਆਖਿਆ। ਕਹਿੰਦਾ ਜੇ ਐਸੀ ਗੱਲ ਹੈ ਕਾਜੀ ਕਹਿੰਦਾ ਫਿਰ ਸਾਡੇ ਨਾਲ ਨਵਾਜ਼ ਕਿਉਂ ਨਹੀਂ ਪੜ੍ਹਦੇ, ਨਵਾਜ਼ ਪੜ੍ਹੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਹਾਮੀ ਭਰ ਦਿੱਤੀ ਵੀ ਮੈਂ ਨਵਾਜ਼ ਪੜਾਂਗਾ। ਹੁਣ ਜਿਵੇਂ ਨਵਾਜ਼ ਅਦਾ ਹੋਈ, ਗੁਰੂ ਨਾਨਕ ਪਾਤਸ਼ਾਹ ਨੇ ਨਵਾਜ਼ ਨਾ ਪੜ੍ਹੀ, ਬਲਕਣ ਮੁਸਕਰਾਏ ਤੇ ਨਵਾਜ਼ ਅਦਾ ਹੋਣ ਤੋਂ ਬਾਅਦ ਕਾਜੀ ਕਹਿੰਦਾ ਨਵਾਬ ਨੂੰ ਵੀ ਦੇਖੋ ਇੱਕ ਤਾਂ ਨਵਾਜ਼ ਨਹੀਂ ਪੜ੍ਹੀ, ਦੂਜਾ ਅਸੀਂ ਨਵਾਜ਼ ਪੜ੍ਹੀ ਤੇ ਇਹ ਗੁਰੂ ਨਾਨਕ ਹੱਸਦਾ ਰਿਹਾ, ਇਹਨੇ ਤੋਹੀਨ ਕੀਤੀ ਹੈ। ਨਵਾਬ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਿਆ ਵੀ ਨਵਾਜ਼ ਕਿਉਂ ਨਹੀਂ ਪੜ੍ਹੀ। ਅੱਗੋਂ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਸੀ ਵੀ ਨਵਾਜ਼ ਕਿਸੇ ਨੇ ਇੱਥੇ ਪੜ੍ਹੀ ਕੋਈ ਨਹੀਂ। ਜੇ ਕੋਈ ਨਵਾਜ਼ ਪੜ੍ਹਦਾ ਅਦਾ ਕਰਦਾ ਤੇ ਮੈਂ ਵੀ ਕਰਦਾ, ਪਰ ਇੱਥੇ ਤਾਂ ਨਵਾਜ਼ ਅਦਾ ਹੀ ਨਹੀਂ ਹੋਈ। ਕਾਜੀ ਕਹਿੰਦਾ ਦੇਖੋ ਤੁਹਾਡੇ ਸਾਹਮਣੇ ਇੱਕ ਹੋਰ ਝੂਠ, ਤੁਸੀਂ ਨਵਾਜ਼ ਪੜ੍ਹੀ ਹੈ, ਮੈਂ ਨਵਾਜ਼ ਪੜ੍ਹੀ ਹੈ, ਹਜ਼ਾਰਾਂ ਲੋਕ ਵੇਖਦੇ ਨੇ ਤੇ ਗੁਰੂ ਨਾਨਕ ਕਹਿੰਦਾ ਕਿਸੇ ਨੇ ਨਵਾਜ਼ ਹੀ ਨਹੀਂ ਪੜ੍ਹੀ। ਹੁਣ ਕਾਜੀ ਕਹਿੰਦਾ ਵੀ ਨਵਾਜ਼ ਤਾਂ ਪੜ੍ਹੀ ਹੈ, ਇਹ ਕਿਵੇਂ ਆਖ ਸਕਦੇ ਹੋ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਪਹਿਲਾਂ ਦੱਸ ਕਾਜੀ ਤੇਰੇ ਬਾਰੇ ਦੱਸਾਂ ਕਿ ਤੇਰੇ ਨਵਾਬ ਬਾਰੇ। ਹੁਣ ਕਾਜੀ ਬੜਾ ਚਲਾਕ ਸੀ, ਕਹਿੰਦਾ ਨਵਾਬ ਬਾਰੇ ਦੱਸੋ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਤੇਰਾ ਨਵਾਬ ਸਰੀਰ ਕਰਕੇ ਇੱਥੇ ਸੀ, ਪਰ ਇਹਦਾ ਮਨ ਜਿਹੜਾ ਕਾਬਲ ਗਿਆ ਹੋਇਆ ਸੀ, ਇਹਦੇ ਮਨ ਵਿੱਚ ਖਿਆਲ ਚੱਲ ਰਿਹਾ ਸੀ ਵੀ ਮੈਂ ਕਾਬਲ ਜਾਵਾਂਗਾ, ਜਾ ਕੇ ਕਾਬਲੀ ਘੋੜੇ ਖਰੀਦਣੇ ਨੇ। ਵੀ ਇਹ ਤਾਂ ਕਾਬਲ ਪਹੁੰਚਿਆ ਹੋਇਆ ਸੀ, ਕਾਬਲੀ ਘੋੜੇ ਖਰੀਦ ਰਿਹਾ ਸੀ, ਇਹ ਤਾਂ ਹੈ ਹੀ ਨਹੀਂ ਸੀ, ਤੇ ਮੈਂ ਨਵਾਜ਼ ਕਿਹਦੇ ਨਾਲ ਪੜ੍ਹਦਾ। ਹੁਣ ਨਵਾਬ ਦੇ ਦਿਲ ਦੀ ਗੱਲ ਜਦੋਂ ਦੱਸੀ, ਕਿਉਂਕਿ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ, ਅੰਦਰ ਦੀ ਗੱਲ ਜਾਣਨ ਵਾਲੇ ਸਨ। ਨਵਾਬ ਬੜਾ ਹੈਰਾਨ ਹੋਇਆ, ਗੁਰੂ ਨਾਨਕ ਪਾਤਸ਼ਾਹ ਚਰਨਾਂ ਤੇ ਢਹਿ ਪਿਆ, ਕਹਿੰਦਾ ਚਲੋ ਮੇਰੀ ਗੱਲ ਤਾਂ ਮੰਨੀ, ਇਹ ਕਾਜੀ ਬਾਰੇ ਦੱਸੋ, ਬੇ ਤਾਂ ਧਰਮੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਇਹਦੀ ਵੀ ਸੁਣ। ਇਹਦਾ ਮਨ ਵੀ ਘਰ ਗਿਆ ਹੋਇਆ ਸੀ, ਇਹਦੇ ਘਰ ਘੋੜੀ ਸੂਈ ਹੈ, ਉਹਨੇ ਦਿੱਤੇ ਵਛੇਰਾ, ਅੱਜ ਨੂੰ ਬੰਨ ਕੇ ਨਹੀਂ ਆਇਆ, ਉਹਨੂੰ ਖੁੱਲਾ ਛੱਡੇ ਆਇਆ, ਤੇ ਵਿਹੜੇ ਵਿੱਚ ਖੂਹ ਹੈ, ਇਹ ਨਵਾਜ਼ ਪੜ ਰਿਹਾ ਸੀ, ਇਹਨੂੰ ਇਹੀ ਖਤਰਾ ਸੀ ਕਿਤੇ ਵਛੇਰਾ ਖੂਹ ਚ ਨਾ ਡਿੱਗ ਕੇ ਮਰ ਜਾਏ। ਵੀ ਦੱਸ ਮੈਂ ਨਵਾਜ਼ ਕਿਹਦੇ ਨਾਲ ਪੜਾਂ, ਇੱਥੇ ਤਾਂ ਨਵਾਜ਼ ਕਿਸ ਨੇ ਪੜ੍ਹੀ ਨਹੀਂ। ਤੇਰਾ ਕਾਜੀ ਵੀ ਘਰ ਵਛੇਰੇ ਵਿੱਚ ਉਲਝਿਆ ਹੋਇਆ ਸੀ, ਤੇ ਤੂੰ ਗਿਆ ਹੋਇਆ ਸੀ ਕਾਬਲੀ ਘੋੜੇ ਖਰੀਦਣ ਵਾਸਤੇ, ਤੇ ਮੈਂ ਨਵਾਜ਼ ਕਿਹਦੇ ਨਾਲ ਪੜਦਾ। ਸੋ ਕਹਿਣ ਤੋਂ ਭਾਵ ਜੋ ਗੁਰੂ ਸਾਹਿਬ ਨੇ ਗੱਲ ਸਮਝਾਈ ਹੈ, ਜੋ ਪ੍ਰਵਾਨ ਹੈ ਵੀ ਸੰਗਤ ਵਿੱਚ ਆਉਣਾ ਹੈ, ਉਹ ਤਨ ਮਨ ਕਰਕੇ ਆਉਣਾ। ਵੀ ਜਦੋਂ ਤੱਕ ਆਪਾਂ ਸੰਗਤ ਵਿੱਚ ਬੈਠੀਏ, ਬਾਣੀ ਸੁਣੀਏ, ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਸਾਡਾ ਮਨ ਹੈ ਉਹ ਗੁਰੂ ਚਰਨਾਂ ਵਿੱਚ ਜੁੜਿਆ ਰਹੇ। ਹੈ ਤਾਂ ਬੜਾ ਔਖਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਆਂ ਵੀ ਮਨ ਨੂੰ ਜਿਹੜਾ ਕਾਬੂ ਕਰਨਾ ਹੈ ਨਾ, ਇੰਨਾ ਔਖਾ ਕੰਮ ਹੈ ਜਿਵੇਂ ਸਾਰੇ ਸੰਸਾਰ ਨੂੰ ਜਿੱਤ ਲਿਆ ਜਾਏ। ਇੱਕ ਮੁਲਕ ਨਹੀਂ ਜਿੱਤਣ ਹੁੰਦਾ ਤੇ ਸਾਰੇ ਪੂਰੇ ਵਰਲਡ ਨੂੰ ਜਿੱਤਣਾ ਹੋਵੇ, ਇੰਨਾ ਔਖਾ ਕੰਮ ਹੈ ਜੇ ਮਨ ਕਾਬੂ ਵਿੱਚ ਆ ਜਾਏ। ਬਚਨ ਆਪਾਂ ਪੜ੍ਹਦੇ ਆਂ, ਮਨ ਜੀਤੇ ਜਗ ਜੀਤ। ਵੀ ਮਨ ਨੂੰ ਜਿੱਤ ਲੈਣਾ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਬਰਾਬਰ ਹੈ। ਸੋ ਆਪਾਂ ਸੰਸਾਰ ਤੇ ਆਏ ਆ, ਗੁਰੂ ਸਾਹਿਬ ਆਖਦੇ ਨੇ ਮੈਂ ਮੇਰੀ ਛੱਡ ਨਾਮ ਜਪਣਾ ਕਰ। ਭਾਈ ਜਿਹਨੇ ਤੇਰਾ ਲੋਕ ਵੀ ਸਵਾਰਨਾ ਹੈ ਤੇ ਜਿਹਨੇ ਤੇਰਾ ਪਰਲੋਕ ਵੀ ਸਵਾਰਨਾ ਹੈ। ਦੇਖੋ ਸੱਚਾਈ ਇਹੀ ਹੈ ਵੀ ਜਿਉਂਦੇ ਜੀ ਅਸੀਂ ਜਿਹੜਾ ਨਾਮ ਜਪ ਲਾਂਗੇ ਨਾ, ਆਪਣੇ ਆਪ ਖੁਦ ਜਪਾਂਗੇ। ਜੋ ਨਾਮ ਅਸੀਂ ਸੁਣ ਲਾਂਗੇ, ਸੰਗਤ ਕਰ ਲਾਂਗੇ, ਸੇਵਾ ਕਰ ਲਾਂਗੇ, ਆਪਣੇ ਹੱਥੀਂ ਜੋ ਆਪ ਕਰਾਂਗੇ, ਉਹਦਾ ਸਾਨੂੰ ਫਾਇਦਾ ਹੈ।
ਗੁਰਮਤਿ ਨੇ ਤਾਂ ਇਹੀ ਮੰਨਿਆ ਭਾਈ ਤੂੰ ਆਪਣੇ ਆਪ ਆਪਣਾ ਸਾਰਾ ਕਾਰਜ ਆਪ ਸਵਾਰ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਉਮੀਦ ਨਾ ਰੱਖ। ਬਹੁਤੇ ਐਸੇ ਵੀ ਗੁਰਮੁਖ ਮੈਂ ਵੇਖੇ ਨੇ ਜਿਹੜੇ ਜਿਉਂਦੇ ਜੀ ਆਪਣਾ ਸਹਿਜ ਪਾਠ, ਆਪਣੇ ਮਰਗ ਦਾ ਭੋਗ ਆਪ ਆਪਣੇ ਹੱਥੀ ਪਹਿਲਾਂ ਹੀ ਪਾ ਲੈਂਦੇ ਨੇ, ਪਿੱਛੇ ਉਮੀਦ ਹੀ ਨਹੀਂ ਰੱਖਦੇ। ਆਪਣੇ ਆਪ ਪਾਠ ਕਰਕੇ ਦੇਖੋ, ਪਿੱਛੇ ਪਰਿਵਾਰ ਤਾਂ ਕਰਾਂਦਾ ਹੀ ਹੈ ਨਿਮਿਤ ਪਾਠ, ਪਰ ਐਸੇ ਵੀ ਗੁਰਮੁਖ ਜਨ ਮੈਂ ਵੇਖੇ ਨੇ ਜਿਨ੍ਹਾਂ ਨੇ ਜਿਉਂਦੇ ਜੀ ਆਪਣੇ ਆਪ ਸਹਿਜ ਪਾਠ ਕਰਕੇ ਆਪਣਾ ਭੋਗ ਆਪ ਪਾ ਕੇ ਲੰਗਰ ਵੀ ਛਕਾਇਆ ਹੋਇਆ ਹੈ। ਤੇ ਸੱਚਾਈ ਤਾਂ ਇਹੀ ਹੈ ਵੀ ਸੰਸਾਰ ਤੇ ਤਾਂ ਜਾਣਾ, ਪਰ ਸੰਸਾਰ ਤੇ ਜਾਣ ਤੋਂ ਸਾਡਾ ਦਿਲ ਨਹੀਂ ਕਰਦਾ। ਇਹ ਸੰਸਾਰਕ ਮੋਹ ਮਾਇਆ ਐਸੀ ਹੈ, ਜਿੰਨਾ ਮਰਜੀ ਮਨੁੱਖ ਤੰਗ ਹੋ ਜੇ ਪਰ ਜਿਉਣਾ ਚਾਹੁੰਦਾ ਹੈ, ਮਰਨਾ ਨਹੀਂ ਚਾਹੁੰਦਾ। ਸੰਸਾਰ ਦੀ ਮੋਹ ਮਾਇਆ ਐਸੀ ਹੈ। ਪਰ ਗੁਰੂ ਸਾਹਿਬ ਨੇ ਨਾਲ ਇਹ ਵੀ ਸਮਝਾ ਦਿੱਤਾ ਹੈ ਭਾਈ ਵੀ ਤੇਰੇ ਚਾਹੁਣ ਤੇ ਨਾ ਚਾਹੁਣ ਨਾਲ ਕੀ ਫਰਕ ਪੈਂਦਾ। ਤੂੰ ਨਾ ਮਰਨਾ ਚਾਹੇ ਪਰ ਪ੍ਰਮਾਤਮਾ ਦਾ ਹੁਕਮ ਤਾਂ ਅਟਲ ਹੈ। ਮਰਨ ਲਿਖਾਏ ਮੰਡਲ ਮੇ ਆਏ, ਉਹਨੇ ਤਾਂ ਲੈ ਹੀ ਜਾਣਾ ਹੈ। ਜਦੋਂ ਉਹਦਾ ਹੁਕਮ ਆ ਗਿਆ ਭਾਈ ਤੂੰ ਭਾਵੇਂ ਤਿਆਰ ਹੈ ਜਾਣ ਨੂੰ ਜਾਂ ਨਹੀਂ ਤਿਆਰ, ਜਮਾਨੇ ਤੈਨੂੰ ਆਪ ਤਿਆਰ ਕਰਕੇ ਨਾਲ ਲੈ ਤੁਰਨਾ ਹੈ। ਉਹ ਪੁੱਛਦਾ ਨਹੀਂ, ਬਿਨ ਪੁੱਛਿਆ ਹੀ ਲੈ ਜਾਏ, ਨਾ ਦੱਸਦਾ ਤੇ ਨਾ ਪੁੱਛਦਾ ਵੀ ਤੈਨੂੰ ਲੈ ਕੇ ਚੱਲੇ ਆ। ਜਦੋਂ ਹੁਕਮ ਆ ਗਿਆ, ਜਦੋਂ ਵਾਰੀ ਆ ਗਈ, ਇਹ ਬਚਨ ਆਪਾਂ ਅਨੇਕਾਂ ਵਾਰ ਸੁਣਿਆ, ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਇਸ ਸੰਸਾਰ ਤੇ ਆਉਣਾ ਇਹ ਸਾਡਾ ਥਿਰ ਨਹੀਂ, ਸੰਸਾਰ ਤੇ ਜਿਹੜਾ ਜਾਣਾ ਹੈ ਇਹ ਸਚਾਈ ਹੈ। ਪਰ ਮਨੁੱਖ ਨੂੰ ਅੰਤ ਵੇਲੇ ਤੱਕ ਪਰਮਾਤਮਾ ਨੇ ਖੇਡ ਹੀ ਐਸੀ ਰਚੀ ਹੈ ਵੀ ਮਨੁੱਖ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਜਾਣ ਲੱਗਾ, ਮੇਰਾ ਸਮਾਂ ਆ ਗਿਆ। ਕਿਉਂਕਿ ਪਰਮਾਤਮਾ ਨੇ ਇਸ ਭੇਤ ਨੂੰ ਬੁੱਝਾ ਰੱਖਿਆ ਹੈ। ਜੇ ਮਨੁੱਖ ਨੂੰ ਪਹਿਲਾਂ ਹੀ ਪਤਾ ਲੱਗ ਜੇ ਵੀ ਮੇਰੇ 3 ਦਿਨ ਰਹਿ ਗਏ ਮੈਂ ਮਰ ਜਾਣਾ, ਥੋੜੇ ਦਿਨ ਰਹਿ ਗਏ, ਮਨੁੱਖ ਤਾਂ ਚਿੰਤਾ ਨਾਲ ਪਹਿਲਾਂ ਹੀ ਮਰ ਜੇ। ਐਨ ਅਖੀਰ ਤੱਕ ਨਹੀਂ ਪਤਾ ਲੱਗਦਾ ਵੀ ਮੈਂ ਮਰਨ ਲੱਗਾ, ਮੇਰੀ ਮੌਤ ਆ ਗਈ ਹੈ। ਜੇ ਪਹਿਲਾਂ ਹੀ ਪਤਾ ਲੱਗ ਵੀ ਜਾਏ ਮਨੁੱਖ ਕਰ ਤਾਂ ਵੀ ਕੁਝ ਨਹੀਂ ਸਕਦਾ। ਇੱਕ ਹੋਰ ਇਤਿਹਾਸਕ ਘਟਨਾ ਆਪ ਜੀ ਨਾਲ ਸਾਂਝੀ ਕਰ ਦੇਵਾਂ। ਦੇਖੋ ਸੱਚਾਈ ਇਹੀ ਹੈ ਕਿ ਜਦੋਂ ਬੁਲਾਵਾ ਆਇਆ ਤੇ ਸਾਨੂੰ ਜਾਣਾ ਪੈਣਾ ਹੈ। ਮਲਕਲ ਮੌਤ ਜਬ ਆਪਸੀ ਸਭ ਦਰਵਾਜੇ ਭੰਨ। ਫਿਰ ਮਨੁੱਖ ਜਿੰਨਾ ਮਰਜ਼ੀ ਲੁਕਣ ਦਾ ਯਤਨ ਕਰੇ, ਜਿੰਨਾ ਮਰਜ਼ੀ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰੇ, ਮੌਤ ਤੋਂ ਨਹੀਂ ਬਚ ਸਕਦਾ। ਕਿਉਂਕਿ ਪਰਮਾਤਮਾ ਨੇ ਸਾਨੂੰ ਸੰਸਾਰ ਤੇ ਭੇਜਿਆ ਕਿ ਜਿਸ ਵਕਤ ਮਰਨਾ ਹੈ, ਜਿਸ ਥਾਂ ਮਰਨਾ ਹੈ, ਜਿਸ ਤਰੀਕੇ ਦੇ ਨਾਲ ਮਰਨਾ ਹੈ, ਕੋਈ ਨਾ ਕੋਈ ਬਹਾਨਾ ਤਾਂ ਬਣਦਾ ਹੀ ਹੈ। ਪਰਮਾਤਮਾ ਨੇ ਲੈ ਕੇ ਜਾਣਾ, ਕੋਈ ਨਾ ਕੋਈ ਬਹਾਨਾ ਜ਼ਰੂਰ ਬਣਦਾ ਹੈ। ਵੀ ਇਹ ਸਭ ਪਰਮਾਤਮਾ ਪਹਿਲਾਂ ਹੀ ਨਿਸ਼ਚਿਤ ਕਰਕੇ ਸਾਨੂੰ ਸੰਸਾਰ ਤੇ ਭੇਜਦਾ ਹੈ ਵੀ ਤੈਨੂੰ ਇਸ ਵਕਤ ਇਸ ਥਾਂ ਤੋਂ ਇਸ ਤਰੀਕੇ ਨਾਲ ਭਾਈ ਤੈਨੂੰ ਮੈਂ ਲੈ ਕੇ ਜਾਵਾਂਗਾ, ਤੇ ਸਾਨੂੰ ਜਾਣਾ ਵੀ ਪੈਂਦਾ ਹੈ। ਤੇ ਚੰਗਿਆਈ ਇਹਦੇ ਵਿੱਚ ਹੀ ਹੈ ਵੀ ਪਰਿਪੂਰਨ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹਨੂੰ ਆਪਾਂ ਸੱਤ ਕਰਕੇ ਮੰਨ ਲਈਏ। ਤੇ ਹੁਕਮ ਮੰਨਣ ਵਿੱਚ ਹੀ ਸਾਡੀ ਭਲਾਈ ਹੈ। ਕਰ ਅਸੀਂ ਕੁਝ ਸਕਦੇ ਨਹੀਂ, ਬਚਨ ਵੀ ਹੁੰਦਾ ਹੈ ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਕੈ। ਅਸੀਂ ਕੁਝ ਵੀ ਨਹੀਂ ਕਰ ਸਕਦੇ, ਸਭ ਉਸ ਮਾਲਕ ਨੇ ਆਪਣੇ ਹੱਥ ਵਿੱਚ ਰੱਖਿਆ ਹੈ। ਤੇ ਸਾਨੂੰ ਵਾਹਿਗੁਰੂ ਜੀ ਨੇ ਸੋਝੀ ਗਿਆਨ ਬਖਸ਼ਿਆ, ਭਾਈ ਸੰਸਾਰ ਤੇ ਆਇਆ ਤੂੰ ਨਾਮ ਜਪਣ ਵਾਸਤੇ ਆਇਆ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਅਸੀਂ ਨਾਮ ਜਪੀਏ ਨਾ ਜਪੀਏ, ਇਹ ਸਾਨੂੰ ਸੋਝੀ ਪ੍ਰਮਾਤਮਾ ਨੇ ਦਿੱਤੀ ਹੈ ਵੀ ਮਾੜਾ ਨਹੀਂ ਕਰਨਾ, ਕੋਈ ਮਾੜਾ ਕੰਮ ਨਾ ਕਰ, ਮਾੜਾ ਨਾ ਵੇਖ, ਮਾੜਾ ਨਾ ਸੋਚ, ਮਿਹਨਤ ਕਰ, ਦਸਾਂ ਨੂੰਆਂ ਦੀ ਕਿਰਤ ਕਰ, ਦਸਵੰਧ ਕੱਢ। ਇਹ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਸਾਨੂੰ ਦਿੱਤੀ ਹੈ। ਪਤਾ ਸਾਨੂੰ ਸਭ ਨੂੰ ਹੈ, ਪਰ ਸਾਡੀ ਹਾਲਤ ਤਾਂ ਉਹ ਹੈ ਵੀ ਦੋ ਮਨੁੱਖ ਜੰਗਲ ਵਿੱਚ ਤੁਰੇ ਜਾ ਰਹੇ ਸਨ। ਅੱਤ ਦਾ ਹਨੇਰਾ, ਇੱਕ ਕੋਲੇ ਚਾਨਣ ਦਾ ਕੋਈ ਸਾਧਨ ਨਹੀਂ। ਉਹ ਤੁਰਿਆ ਜਾ ਰਿਹਾ, ਰਸਤੇ 'ਚ ਖੂਹ ਆਇਆ ਤੇ ਡਿੱਗ ਗਿਆ ਤੇ ਉਹਦੀ ਮੌਤ ਹੋ ਗਈ। ਪਰ ਇੱਕ ਮਨੁੱਖ ਜਿਹਦੇ ਕੋਲ ਦੀਵਾ ਸੀ, ਨੇ ਦੀਵਾ ਹੱਥ ਤੇ ਬਾਲ ਕੇ ਰੱਖਿਆ ਹੋਇਆ ਸੀ, ਆਪਣੇ ਹਥੇਲੀ ਤੇ ਦੀਵਾ ਬਾਲਿਆ। ਉਹਦੇ ਕੋਲ ਚਾਨਣ ਦਾ ਸਾਧਨ ਹੈ, ਉਹਨੂੰ ਖੂਹ ਦਿਸ ਰਿਹਾ ਹੈ। ਹੁਣ ਜੇ ਦਿਸਦੇ ਹੋਏ ਖੂਹ ਵਿੱਚ ਫੇਰ ਡਿੱਗ ਜੇ, ਵੀ ਚਾਨਣ ਵੀ ਹੈ ਉਹਦੇ ਕੋਲੇ, ਦੀਵਾ ਜਗ ਰਿਹਾ ਹੈ,
ਇਹਦੇ ਵਿੱਚ ਦੀਵੇ ਦੀ ਤਾਂ ਕੋਈ ਗਲਤੀ ਨਹੀਂ, ਉਹਦੀ ਆਪਣੀ ਬੇਸਮਝੀ ਕਹਿ ਸਕਦੇ ਹਾਂ। ਬਚਨ ਹੁੰਦਾ ਹੈ, ਕਾਹੇ ਕੀ ਕੁਸਲਾਤ ਹਾਥ ਦੀਪ ਕੁਏਂ ਪਰੈ, ਵੀ ਹੱਥ ਤੇ ਦੀਵਾ ਜਗਾਇਆ ਹੋਇਆ, ਚਾਨਣ ਵੀ ਹੈ, ਖੂਹ ਵੀ ਦਿਸ ਰਿਹਾ, ਤੇ ਫਿਰ ਜਾ ਕੇ ਖੂਹ ਚ ਡਿੱਗਦਾ ਪਿਆ। ਤੇ ਗੁਰੂ ਸਾਹਿਬ ਆਖਦੇ ਨੇ ਫਿਰ ਤਾਂ ਭਾਈ ਉਹਦੀ ਆਪਣੀ ਗਲਤੀ ਹੈ, ਉਹਦੀ ਬੇਸਮਝੀ ਕਹਿ ਸਕਦੇ ਆ, ਕਿਉਂਕਿ ਚਾਨਣ ਤਾਂ ਹੈ ਉਹਦੇ ਕੋਲੇ, ਇੱਕ ਕੋਲੇ ਚਾਨਣ ਨਹੀਂ, ਉਹਨੂੰ ਨਹੀਂ ਪਤਾ, ਤੇ ਉਹ ਤਾਂ ਮੰਨਿਆ ਵੀ ਡਿੱਗ ਗਿਆ। ਹੁਣ ਪਸ਼ੂ ਹੈ, ਪਸ਼ੂ ਨੂੰ ਇਸ ਗੱਲ ਦੀ ਸੋਝੀ ਨਹੀਂ, ਪਰ ਮਨੁੱਖ ਨੂੰ ਪ੍ਰਮਾਤਮਾ ਨੇ 84 ਦਾ ਸਰਦਾਰ ਬਣਾਇਆ, ਸਮਝ ਗਿਆਨ ਦੇ ਕੇ ਸੰਸਾਰ ਤੇ ਭੇਜਿਆ। ਇਹਨੂੰ ਪਤਾ ਹੈ ਵੀ ਸੰਸਾਰ ਤੇ ਆਏ ਕਿਸ ਮਨੋਰਥ ਨੂੰ ਲੈ ਕੇ ਆ। ਬਚਨ ਆਪਾਂ ਪੜ੍ਹਦੇ ਆ ਰੋਜ਼ ਸ਼ਾਮਾਂ ਨੂੰ, ਭਈ ਪ੍ਰਾਪਤ ਮਾਨਕ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿੰਨੇ ਮਰਜੀ ਮਹਿਲ ਮਾੜੀਆਂ ਖੜੇ ਕਰ ਲਈਏ, ਲੱਖਾਂ ਕਰੋੜਾਂ ਜੋੜ ਕੇ ਰੱਖ ਜੀਏ, ਤੇ ਇਹਨਾਂ ਚੋਂ ਜਾਣਾ ਕੁਝ ਵੀ ਨਾਲ ਨਹੀਂ, ਇਹ ਸਭ ਇੱਥੇ ਹੀ ਰਹਿ ਜਾਣਾ ਹੈ। ਇਹ ਤਾਂ ਇੱਕ ਸਾਡੀ ਜ਼ਿੰਮੇਵਾਰੀ ਹੈ ਵੀ ਜਦੋਂ ਤੱਕ ਸੰਸਾਰ ਤੇ ਆਏ ਸਾਨੂੰ ਕੰਮ ਕਰਨਾ ਪੈਣਾ ਹੈ, ਮਿਹਨਤ ਕਰਨੀ ਪੈਣੀ ਹੈ। ਗੁਰੂ ਨਾਨਕ ਪਾਤਸ਼ਾਹ ਸਿੱਖ ਨੂੰ ਵਿਹਲੜ ਨਹੀਂ ਬਣਾਇਆ, ਮਿਹਨਤੀ ਬਣਾਇਆ, ਵੀ ਮਿਹਨਤ ਕਰਨੀ ਹੈ। ਪਰ ਨੀਰਾ ਭਰਾ ਇਹ ਨਹੀਂ ਆਖਿਆ ਵੀ ਤੂੰ ਦੁਨਿਆਵੀ ਧਨ ਇਕੱਠਾ ਕਰੀ ਜਾ, ਦੁਨਿਆਵੀ ਕੰਮ ਧੰਦੇ ਕਰੀ ਜਾ, ਤੇ ਤੇਰੇ ਕੋਲ ਇੰਨਾ ਵੀ ਸਮਾਂ ਨਾ ਹੋਵੇ ਤੂੰ ਸਵੇਰੇ ਸ਼ਾਮ ਆ ਕੇ ਆਪਣੇ ਗੁਰੂ ਦੇ ਦਰਸ਼ਨ ਵੀ ਨਾ ਕਰੇ, ਆਪਣੇ ਗੁਰੂ ਦੇ ਕੋਲ ਆ ਕੇ ਤੂੰ ਨਕਮਸਤਕ ਨਾ ਹੋਵੇ, ਕੰਮ ਧੰਦਿਆਂ ਵਿੱਚ ਉਲਝ ਕੇ ਰਹਿ ਜਾਏ, ਫਿਰ ਤਾਂ ਮਾੜੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਨੇ ਵੀ ਤੂੰ ਕੰਮ ਵੀ ਕਰ, ਮਿਹਨਤ ਵੀ ਕਰ, ਪਰ ਪਰਮਾਤਮਾ ਲਈ ਸਮਾਂ ਵੀ ਕੱਢ, ਥੋੜਾ ਹੀ ਕੱਢ। ਭਗਤ ਕਬੀਰ ਜੀ ਨੇ ਇੰਨੀ ਬਰੀਕੀ ਵਿੱਚ ਜਾ ਕੇ ਸਾਨੂੰ ਸਮਝਾਇਆ ਨਾ, ਜਿੱਥੇ ਹਿਸਾਬ ਕਿਤਾਬ ਹੀ ਮੁੱਕ ਜਾਂਦਾ ਹੈ। ਕਬੀਰ ਏਕ ਘੜੀ ਆਦਿ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾ। ਭਗਤ ਜੀ ਕਹਿੰਦੇ ਨੇ ਇੱਕ ਘੜੀ ਸਮਾਂ ਕੱਢ ਭਾਈ। ਫਿਰ ਆਪਣੇ ਆਪ ਹੀ ਕਹਿੰਦੇ ਨੇ ਜੇ ਤੂੰ ਜ਼ਿਆਦਾ ਹੀ ਵਿਅਸਤ ਹੈ ਕੰਮ ਧੰਦੇ ਵਿੱਚ, ਇੱਕ ਘੜੀ ਤਾਂ ਅੱਧੀ ਘੜੀ ਤਾਂ ਵਾਹਿਗੁਰੂ ਨੂੰ ਯਾਦ ਕਰ, ਪ੍ਰਮਾਤਮਾ ਨੂੰ ਯਾਦ ਕਰ। ਫਿਰ ਇਹਦੇ ਤੋਂ ਅੱਗੇ ਕਹਿੰਦੇ ਜੇ ਅੱਧੀ ਘੜੀ ਵੀ ਤੇਰੇ ਕੋਲੇ ਸਮਾਂ ਨਹੀਂ, ਅੱਧੀ ਨਾਲੋਂ ਵੀ ਅੱਧੀ ਘੜੀ। ਦੇਖੋ ਗੱਲ ਇੱਕ ਘੜੀ ਤੋਂ ਸ਼ੁਰੂ ਕੀਤੀ ਵੀ ਕਬੀਰ ਏਕ ਘੜੀ ਆਧੀ ਘੜੀ, ਆਦਿ ਹੂੰ ਤੇ ਆਦ, ਵੀ ਅੱਧੀ ਨਾਲ ਵੀ ਅੱਧੀ ਘੜੀ ਪਰਮਾਤਮਾ ਨੂੰ ਯਾਦ ਕਰ ਲੈ, ਉਹਦੇ ਲਈ ਸਮਾਂ ਕੱਢ ਲੈ, ਉਹਦੇ ਨਾਲ ਹੀ ਤੇਰਾ ਪਾਰ ਉਤਾਰਾ ਹੋ ਜਾਏਗਾ। ਬਚਨ ਵੀ ਹੁੰਦਾ ਹੈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਪਹਿਲਾਂ ਹੀ ਅਰਜ਼ ਕੀਤੀ ਹੈ ਵੀ ਬਾਣੀ ਪੜਨ ਲੱਗਿਆ ਵੀ ਸਾਡੀ ਜਿਹੜੀ ਸੁਰਤੀ ਹੈ ਪ੍ਰਭੂ ਚਰਨਾਂ ਵਿੱਚ ਹੋਣੀ ਚਾਹੀਦੀ ਹੈ, ਫੇਰ ਗੱਲ ਬਣਦੀ ਹੈ। ਫੇਰ ਤਾਂ ਭਾਵੇਂ ਗੁਰੂ ਸਾਹਿਬ ਆਖਦੇ ਤੂੰ ਵਾਹਿਗੁਰੂ ਕਹਿ ਲੈ, ਉਹਦੇ ਨਾਲ ਹੀ ਤੇਰਾ ਪਾਰ ਉਤਾਰਾ ਹੋ ਜਾਏਗਾ। ਤੂੰ ਨਿਤ ਨੇ ਪੰਜਾਂ ਬਾਣੀਆਂ ਦਾ ਕੀਤਾ ਤੇ ਮਨ ਤੇਰਾ ਟਿਕਿਆ ਨਹੀਂ ਭਾਈ, ਫਿਰ ਤਾਂ ਗੱਲ ਨਹੀਂ ਬਣਦੀ। ਗੱਲ ਇਹ ਹੈ ਵੀ ਆਪਣੇ ਮਨ ਨੂੰ ਆਪਾਂ ਮੋੜ ਕੇ ਗੁਰੂ ਵੱਲ ਲਿਆਉਣਾ ਹੈ, ਗੁਰੂ ਕੋਲ ਅਰਦਾਸ ਕਰਨੀ ਹੈ ਵੀ ਮਨ ਕਾਬੂ ਵਿੱਚ ਆ ਜਾਏ, ਮਨ ਨਾ ਭਟਕੇ। ਇਹ ਤਾਂ ਹੀ ਉਹ ਸੰਭਵ ਹੈ ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ, ਤੇ ਕਿਰਪਾ ਤਾਂ ਹੋਣੀ ਹੈ ਜਦੋਂ ਅਰਦਾਸ ਕਰਕੇ ਮੰਗਾਂਗੇ। ਜੇ ਮੰਗੇ ਹੀ ਕੁਝ ਨਾ ਤੇ ਦੁਨਿਆਵੀ ਪਦਾਰਥ ਹੀ ਮੰਗੇ, ਗੁਰੂ ਕੋਲੋਂ ਆ ਕੇ ਨਾਮ ਦੀ ਦਾਤ ਨਾ ਮੰਗੀ, ਫਿਰ ਸਾਡਾ ਪਾਰ ਉਤਾਰਾ ਕਿਵੇਂ? ਅਸੀਂ ਕੇਵਲ ਦੁਨਿਆਵੀ ਪਦਾਰਥਾਂ ਤੱਕ ਸੀਮਤ ਰਹਿ ਗਏ ਹਾਂ, ਪਰ ਸੱਚਾਈ ਇਹ ਹੈ ਵੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਸਾਰੇ ਪਦਾਰਥਾਂ ਦਾ ਮੂਲ ਹੈ, ਭਾਵ ਜੜ ਹੈ। ਵੀ ਤੂੰ ਪਰਮੇਸ਼ਰ ਕੋਲੋਂ ਆ ਕੇ ਨਾਮ ਦੀ ਦਾਤ ਮੰਗ, ਦੁਨਿਆਵੀ ਪਦਾਰਥ ਤਾਂ ਆਪ ਤੇਰੀ ਝੋਲੀ ਵਿੱਚ ਆ ਪੈ ਜਾਣਗੇ। ਪਰਮੇਸ਼ਰ ਨੇ ਆਪ ਤੇਰੀ ਝੋਲੀ ਭਰ ਦੇਣੀ ਹੈ, ਤੂੰ ਆ ਕੇ ਨਾਮ ਦੀ ਦਾਤ ਮੰਗ। ਪਰ ਸਾਡੀ ਹਾਲਤ ਇਹ ਹੈ ਵੀ ਅਸੀਂ ਨਾਮ ਦੀ ਦਾਤ ਬਹੁਤ ਘੱਟ, ਸਾਡੀ ਜਿਹੜੀ ਮੰਗਾਂ ਦੀ ਲਿਸਟ ਹੈ ਬਹੁਤ ਜ਼ਿਆਦਾ ਹੁੰਦੀ ਹੈ। ਸੇਵਾ ਥੋੜੀ ਮੰਗਨ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਬੜਾ ਥੋੜਾ ਨਾਮ ਜਪ ਕੇ ਥੋੜੀ ਸੇਵਾ ਕਰਕੇ ਲਿਸਟ ਬੜੀ ਲੰਬੀ, ਮੈਨੂੰ ਇਹ ਵੀ ਚਾਹੀਦਾ ਹੈ। ਕਈ ਵਾਰ ਤਾਂ ਅਸੀਂ ਪ੍ਰਮਾਤਮਾ ਦੇ ਨਾਲ ਕਹਿ ਸਕਦੇ ਹਾਂ ਸੌਦਾਬਾਜ਼ੀ ਕਰ ਲੈਂਦੇ ਹਾਂ ਵੀ ਇੰਨੇ ਦਿਨ ਮੈਂ ਆਵਾਂਗਾ ਮੇਰਾ ਕੰਮ ਹੋ ਜਾਏ, ਵੀ ਮੇਰਾ ਕੰਮ ਕਰ, ਮੈਂ ਇੰਨੇ ਦਿਨ ਗੁਰੂ ਘਰ ਆਉਣਾ ਹੈ, ਮੈਂ ਇੰਨੇ ਦਾ ਪ੍ਰਸ਼ਾਦ ਚੜਾਵਾਂਗਾ, ਇਹ ਸੇਵਾ ਕਰਾਂਗਾ। ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਵੀ ਅਸੀਂ ਕੌਣ ਆ ਦੇਣ ਵਾਲੇ, ਕੌਣ ਆ ਕੁਝ ਕਰਨ ਵਾਲੇ? ਸਭ ਕੁਝ ਤਾਂ ਮਾਲਕ ਦਾ ਹੀ ਹੈ, ਸਾਡਾ ਹੈ ਕੀ ਹੈ? ਕੁਝ ਵੀ ਨਹੀਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਵਿਦ ਨੇਕੀ ਖਟਾਨੀ, ਜੀ ਕੀ ਏਕੈ ਹੀ ਬੇਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ।
ਆਪਣਾ ਭਾਈ ਕੁਝ ਵੀ ਨਹੀਂ। ਗੁਰੂ ਸਾਹਿਬ ਆਖਦੇ ਨੇ ਜੋ ਕੁਝ ਵੀ ਹੈ ਉਸ ਮਾਲਕ ਦਾ ਹੀ ਹੈ, ਤੇ ਉਸ ਮਾਲਕ ਦੇ ਦਿੱਤੇ ਵਿੱਚੋਂ ਆਪਾਂ ਨੂੰ ਕੁਝ ਭੇਟਾ ਅਰਪਣ ਕਰਨੀਆਂ ਸਤਿਕਾਰ ਵਜੋਂ। ਸਾਡੀ ਤਾਂ ਇਹ ਅਰਦਾਸ ਹੋਣੀ ਚਾਹੀਦੀ ਹਰ ਵਕਤ, ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਹੇ ਵਾਹਿਗੁਰੂ ਮੇਰੀ ਕੋਈ ਹੋਂਦ ਨਹੀਂ, ਮੈਨੂੰ ਕੌਣ ਜਾਣਦਾ ਸੀ। ਹੇ ਵਾਹਿਗੁਰੂ ਤੁਹਾਡੀ ਕਿਰਪਾ ਹੈ, ਸਭ ਕੁਝ ਤੁਹਾਡਾ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਪਾਂ ਸ਼ਲੋਕ ਰੋਜ਼ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕਿਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਮੇਰੇ ਵਿੱਚ ਤਾਂ ਔਗਣ ਹੀ ਔਗਣ ਸੀ। ਵਾਹਿਗੁਰੂ ਸੀ ਆਪ ਤਰਸ ਕੀਤਾ ਮੇਰੇ ਤੇ, ਮੈਨੂੰ ਯੋਗ ਬਣਾ ਦਿੱਤਾ ਹੈ। ਬਾਕੀ ਤੇ ਕੁਝ ਸੰਸਾਰ ਤੇ ਆਏ ਆ। ਅੱਜ ਆਪਾਂ ਬਾਪੂ ਜਸਵੰਤ ਸਿੰਘ ਜੀ ਜੋ ਸਾਡੇ ਵਿਚਕਾਰ ਨਹੀਂ, ਉਹਨਾਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਆ। ਇਹ ਆਪਾਂ ਸਾਰੇ ਜਾਣਦੇ ਆ ਉਹਨਾਂ ਬਾਰੇ ਵੀ ਗੁਰਬਾਣੀ ਦੇ ਬਹੁਤ ਜ਼ਿਆਦਾ ਰਸੀਆ ਸਨ। ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ ਇਹ ਉਹਨਾਂ ਦਾ ਨਿਤ ਦਾ ਨੇਮ ਸੀ।